हाँ जी, हेलो स्टूडेंट्स, ਆਪਾਂ ਸ਼ੀਟ ਕਰਨ ਲੱਗੇ ਹਾਂ ਜੀ ਚੇਂਜਸ ਅਰਾਊਂਡ ਅਸ। ਠੀਕ ਹੈ ਜੀ। ਸੋ ਇੰਗਲਿਸ਼ ਮੀਡੀਅਮ ਦੀ ਸ਼ੀਟ ਹੈ ਜੀ। ਸੋ ਇੰਗਲਿਸ਼ ਮੀਡੀਅਮ ਦੇ ਥੋੜੇ ਬੱਚੇ ਘੱਟ ਹੁੰਦੇ ਆ ਜੀ, ਉਸ ਕਰਕੇ ਥੋੜਾ ਆਪਾਂ ਲੇਟ ਹੋ ਗਏ, ਸਮਝ ਲਓ। ਠੀਕ ਹੈ। ਸੋ ਖਿਆਲ ਅਸੀਂ ਇੰਗਲਿਸ਼ ਵਾਲਿਆਂ ਦਾ ਵੀ ਪੂਰਾ ਰੱਖਣਾ ਜੀ, ਕੋਈ ਐਸੀ ਗੱਲ ਨਹੀਂ ਹੈਗੀ। ਬਟ ਜਦੋਂ ਤੁਸੀਂ ਨੈਕਸਟ ਸਿਲੇਬਸ ਤੇ ਜਾਓਗੇ, ਨੈਕਸਟ ਨਹੀਂ ਪਿੱਛੇ ਰਹਿੰਦੇ। ਠੀਕ ਹੈ। ਵੀਡੀਓਜ਼ ਬਹੁਤ ਜ਼ਿਆਦਾ ਹੋ ਜਾਂਦੇ ਬਣਾਉਣ ਨੂੰ, ਕਲਾਸਾਂ ਬਹੁਤ ਨੇ। ਸੋ ਚੇਂਜਸ ਅਰਾਊਂਡ ਅਸ ਸਾਡੇ ਆਲੇ ਦੁਆਲੇ ਦੇ ਪਰਿਵਰਤਨ ਹੈ ਜੀ। ਕਿਹੜੀ ਕਲਾਸ ਲਈ ਹੈ? 6th ਲਈ ਹੈ। ਠੀਕ ਹੈ। ਨੈਸ ਬੇਸਡ ਕੁਐਸਚਨਸ ਕਹਿ ਸਕਦੇ ਹਾਂ, ਕਿਉਂਕਿ ਨੈਸ 6ਵੀਂ ਦਾ ਤਾਂ ਨਹੀਂ ਹੋਣਾ ਹੈਗਾ ਤੁਹਾਡੇ ਕੋਲ, ਬਟ ਜਿਹੜਾ ਹੈਗਾ ਪ੍ਰੈਕਟਿਸ ਸ਼ੀਟ ਹੈ, ਤੁਹਾਨੂੰ ਪਤਾ ਲੱਗ ਜਾਣਾ ਚਾਹੀਦਾ। ਠੀਕ ਹੈ। ਕਹਿੰਦਾ ਕਹਿੰਦਾ ਯੈਸਟਰਡੇ ਆਈ ਹੈਵ ਸੀਨ ਰਾਮ ਵਾਜ਼ ਬਲੋਇੰਗ ਏ ਬਲੂਨ। ਠੀਕ ਹੈ। ਬਲੋਇੰਗ ਏ ਬਲੂਨ, ਹਵਾ, ਗੁਬਾਰੇ 'ਚ ਹਵਾ ਫਲਾਉਣੀ। ਦ ਸ਼ੇਪ ਐਂਡ ਸਾਈਜ਼ ਆਫ ਬਲੂਨ ਚੇਂਜ, ਉਹਦੀ ਸ਼ੇਪ ਵੀ ਚੇਂਜ ਹੋ ਗਈ। ਵਟ ਕਾइंड ऑफ, ਹੁਣ ਮੇਰੀ ਗੱਲ ਧਿਆਨ ਨਾਲ ਸੁਣਨਾ। ਅਗਰ ਤੁਹਾਡੇ ਪਾਸ ਹਵਾ ਭਰੀ ਗਈ ਹੈ ਗੁਬਾਰੇ ਵਿੱਚ, ਮੰਨ ਲਓ ਤੁਸੀਂ ਗੁਬਾਰੇ 'ਚ ਹਵਾ ਭਰਤੀ, ਗੁਬਾਰਾ ਇਦਾਂ ਦਾ ਹੋ ਗਿਆ, ਇੰਨਾ ਮੂੰਹ ਨਹੀਂ ਹੁੰਦਾ ਉਹਦਾ, ਘੜਾ ਬਣ ਜਾ। ਚਲੋ ਹਵਾ ਭਰੀ ਗਈ ਹੈ ਤਾਂ ਤੁਸੀਂ ਹਵਾ ਨਿਕਾਲ ਸਕਦੇ ਹੋ ਤੁਹਾਡੇ ਪਾਸ, ਇਹਦਾ ਮਤਲਬ ਰਿਵਰਸ ਤਾਂ ਤੁਸੀਂ ਕਰ ਸਕਦੇ ਹੋ। ਦੂਸਰੀ ਚੀਜ਼ ਜਿਹੜੀ, ਜਦੋਂ ਆਪਾਂ ਕਹਿੰਦੇ ਹਾਂ ਫਿਜ਼ੀਕਲ ਚੀਜ਼, ਮੰਨ ਲਓ ਆਪਾਂ ਇੱਕ ਲੱਕੜ ਲੈ ਲੈਂਦੇ ਹਾਂ, ਲੱਕੜ ਨੂੰ ਤੁਸੀਂ ਵੁੱਡ ਕਹਿੰਦੇ ਹੋ। ਵੁੱਡ ਨੂੰ WOOD, ਵੁੱਡ ਨੂੰ ਤੁਸੀਂ ਕੱਟ ਕਰ ਲੈਂਦੇ ਹੋ, ਤਾਂ ਮੰਨ ਲਓ ਇਹਦੇ ਪੀਸਿਸ ਆ ਗਏ। ਨਵੀਂ ਚੀਜ਼ ਤਾਂ ਨਹੀਂ ਬਣੀ ਹੈਗੀ, ਲੱਕੜ ਤਾਂ ਲੱਕੜ ਹੀ ਰਹੀ ਹੈ। ਠੀਕ ਹੈ। ਅਗਰ ਕੋਈ ਨਵੀਂ ਚੀਜ਼ ਨਾ ਬਣੇ, ਚੀਜ਼ ਉਹੀ ਰਵੇ, ਗੁਬਾਰਾ ਹੈ, ਹਵਾ ਭਰੀ ਗਈ, ਤਾਂ ਉਹਨੂੰ ਅਸੀਂ ਫਿਜ਼ੀਕਲ ਚੇਂਜ ਕਹਿੰਦੇ ਹਾਂ। ਫਿਜ਼ੀਕਲ ਚੇਂਜ ਨਵੀਂ ਚੀਜ਼ ਨਹੀਂ ਬਣਦੀ। ਕਾਗਜ਼ ਨੂੰ ਪਾੜਤਾ, ਦੋ ਹਿੱਸੇ ਹੋ ਗਏ, ਪਰ ਰਿਹਾ ਤਾਂ ਕਾਗਜ਼ ਕਾਗਜ਼ ਹੀ ਹੈ ਨਾ। ਠੀਕ ਹੈ। ਸੋ ਅਗਰ ਪੇਪਰ ਹੈ, ਤੁਸੀਂ ਇਹਦੇ ਪੇਪਰ ਹੈ, ਇਹਦੇ ਤੁਸੀਂ ਪੀਸ ਕਰ ਦਿੱਤੇ, ਤੁਹਾਡੇ ਪਾਸ, ਤਾਂ ਜੇ PIE ਜਿਹੜਾ ਹੈਗਾ ਤੁਹਾਡੇ ਕੋਲ CE, ਤਾਂ ਜਦੋਂ ਤੁਹਾਡੇ ਕੋਲ ਆਪਾਂ ਪੀਸ ਕਰਤੇ, ਤਾਂ ਇਹਦਾ ਕੀ ਹੋਇਆ ਆਨਸਰ ਤੁਹਾਡੇ ਕੋਲ, ਤਾਂ ਇਹ ਫਿਜ਼ੀਕਲ ਹੋਏਗਾ। ਜੇ ਪਰ ਆਪਾਂ ਪੇਪਰ ਨੂੰ ਬਰਨ ਕਰ ਦਈਏ ਤਾਂ ਸਵਾਹ ਬਣ ਜੂਗੀ, ਸਵਾਹ ਨੂੰ ਐਸ਼ ਕਹਿੰਦੇ ਆ। ਠੀਕ ਹੈ। ਤਾਂ ਉਸ ਕੇਸ ਵਿੱਚ ਇਹ ਕੈਮੀਕਲ ਚੇਂਜ ਹੁੰਦੀ ਹੈ। ਸੋ ਇੱਥੇ ਫਿਜ਼ੀਕਲ ਵੀ ਹੋਏਗੀ, ਕੈਮੀਕਲ, ਬੋਥ ਆਪਸ਼ਨਸ ਆ ਜਾਣਗੀਆਂ। ਠੀਕ ਹੈ। ਸੋ ਗੁਬਾਰਾ ਗੁਬਾਰਾ ਹੀ ਰਹਿੰਦਾ ਨਾ ਤੁਹਾਡੇ ਕੋਲ, ਇਸ ਕਰਕੇ। ਉਹ ਤੋਂ ਬਾਅਦ ਰੀਟਾ ਪੇਂਟਸ ਐਨ ਐਪਲ ਔਨ ਦਾ ਪੀਸ ਆਫ ਪੇਪਰ। ਠੀਕ ਹੈ ਜੀ। ਤੋ ਰੀਟਾ ਪੇਂਟਸ ਐਨ ਐਪਲ, ਦੇਖੋ ਇੱਥੇ ਵਰਡ ਹੈ ਪੇਂਟ, ਪੇਂਟ ਨਾਲ ਬਣਾਇਆ। ਜੇ ਪੇਂਟ ਨਾਲ ਬਣਾਇਆ ਤਾਂ ਪੇਂਟ ਨੂੰ ਨਹੀਂ ਤੁਸੀਂ ਮਿਟਾ ਸਕਦੇ ਹੈਗੇ। ਜੇ ਪੇਂਟ ਨੂੰ ਤੁਸੀਂ ਨਹੀਂ ਮਿਟਾ ਸਕਦੇ ਤਾਂ ਨਾ ਉਲਟਾਉਣ ਯੋਗ ਹੈ, ਨਾ ਉਲਟਾਉਣ ਯੋਗ ਨੂੰ ਇਰਰਿਵਰਸੀਬਲ ਕਹਿੰਦੇ। ਜੇ ਪੇਪਰ 'ਚ ਪੇਂਟ ਦੀ ਥਾਂ ਤੇ ਨਾ ਪੈਨਸਿਲ ਨਾਲ ਆ ਜਾਵੇ, ਤਾਂ ਪੈਨਸਿਲ ਨਾਲ ਤੁਸੀਂ ਰਿਵਰਸੀਬਲ ਕਰ ਸਕਦੇ ਹੋ ਤੁਹਾਡੇ ਕੋਲ, ਫਿਰ ਤੁਸੀਂ ਆਨਸਰ ਇਹ ਵਾਲਾ ਦੇ ਸਕਦੇ ਹੋ, ਬਟ ਅਦਰਵਾਈਜ਼ ਨਹੀਂ ਦੇ ਸਕਦੇ। ਠੀਕ ਹੈ। ਮਾਈ ਮਦਰ ਬੌਟ ਏ ਪੈਨਸਿਲ ਫॉर मी, आई शार्पन द ਪੈਨਸਿਲ ਇਨ ਲੈਂਥ ਡਿਕਰੀਜ਼ਿਜ਼। ਮੇਰੇ ਮਦਰ ਨੇ ਪੈਨਸਿਲ ਲਿਆਂਦੀ ਤੇ ਮੈਂ ਉਹਨੂੰ ਸ਼ਾਰਪ ਕੀਤਾ, ਯਾਨੀ ਕਿ ਪੈਨਸਿਲ ਘਟ ਗਈ, ਉਹਦਾ ਸਾਈਜ਼ ਘਟ ਗਿਆ। ਜਦੋਂ ਉਹਦਾ ਸਾਈਜ਼ ਘਟ ਗਿਆ ਤਾਂ ਉਹ ਇਰਰਿਵਰਸੀਬਲ ਹੋ ਜੂ, ਤੇ ਉਹ ਪੈਨਸਿਲ ਦਾ ਸਾਈਜ਼ ਘਟੂਗਾ ਤਾਂ ਹੀ ਅਸੀਂ ਨਵੀਂ ਲੈ ਕੇ ਆਉਂਦੇ ਨੇ। ਉਹ ਜੇ ਸਾਈਜ਼ ਇਹ ਨਾ ਘਟੇ, ਮੁੜ ਉਦਾਂ ਦਾ ਹੀ ਬਣ ਜੇ, ਫਿਰ ਤਾਂ ਅਸੀਂ ਪੈਨਸਿਲ ਖਰੀਦੀ ਹੀ ਨਾ। ਸੋ ਇਰਰਿਵਰਸੀਬਲ ਹੈ, ਇਹਨੂੰ ਉਲਟਾਇਆ ਨਹੀਂ ਜਾ ਸਕਦਾ ਤੁਹਾਡੇ ਕੋਲ, ਕਿਉਂਕਿ ਪੈਨਸਿਲ ਦਾ ਸਾਈਜ਼ ਡਿਕਰੀਜ਼ ਹੁੰਦਾ ਜਾਂਦਾ ਹੈਗਾ। ਮੋਹਨ ਕੈਰਿੰਗ ਮਿਰਰ, ਮੋਹਨ ਕੋ ਮਿਰਰ ਸੀਗਾ, ਮਿਰਰ ਮੈਨੇ ਦਰਪਣ ਹੁੰਦਾ ਹੈ, ਤੇ ਡ੍ਰੌਪਸ ਮਿਰਰ ਦੇ ਟੁਕੜੇ ਟੁਕੜੇ ਹੋ ਗਏ। ਤਾਂ ਕਿਹੜੀ ਚੇਂਜ ਹੋਏਗੀ? ਤੁਸੀਂ ਮੇਰੀ ਖਿਆਲ ਸੁਣਿਓ, ਟੁਕੜੇ ਹੋਏ ਨੇ, ਕੰਚ ਤਾਂ ਕੰਚ ਹੀ ਰਿਹਾ ਹੈਗਾ ਨਾ, ਮਿਰਰ ਸੀਗਾ ਦਰਪਣ, ਟੁਕੜੇ ਹੋ ਗਏ, ਨਵੀਂ ਚੀਜ਼ ਤਾਂ ਨਹੀਂ ਬਣੀ, ਟੁਕੜੇ ਤਾਂ ਕੰਚ ਦੇ ਹੀ ਹੋਏ ਨੇ ਨਾ। ਤਾਂ ਜੇ ਨਵੀਂ ਚੀਜ਼ ਨਾ ਬਣੇ ਤਾਂ ਹਮੇਸ਼ਾ ਫਿਜ਼ੀਕਲ ਚੇਂਜ ਹੁੰਦੀ ਹੈ। ਖਿਆਲ ਰੱਖਣਾ, ਪੇਪਰ 'ਚ ਕੁਝ ਹੋਰ ਵੀ ਆ ਸਕਦਾ ਹੈਗਾ, ਤਾਂ ਤੁਸੀਂ ਸਿਰਫ ਇਹ ਦੇਖਣਾ ਕਿ ਕੋਈ ਨਵੀਂ ਚੀਜ਼ ਤਾਂ ਨਹੀਂ ਬਣੀ ਹੈਗੀ ਨਾ, ਟੁਕੜੇ ਕੰਚ ਦੇ ਹੀ ਨੇ, ਤੇ ਇਸ ਕਰਕੇ ਫਿਜ਼ੀਕਲ ਕੈਮੀਕਲ ਨਹੀਂ ਹੋ ਸਕਦਾ। ਅੱਗ ਲਾ ਦਿੰਦੇ ਜਾਂ ਕੁਝ ਹੋਰ ਕਰ ਦਿੰਦੇ, ਫਿਰ ਆਪਸ਼ਨਾਂ ਹੋਰ ਹੁੰਦੀਆਂ। when my mother cooking food I have observed that after making a ball of dough, ਠੀਕ ਹੈ, ਤੁਸੀਂ ਆਟਾ ਗੁੰਨ ਲਿਆ, she rolls out ਰੋਟੀ, ਠੀਕ ਹੈ, ਰੋਟੀ ਜਿਹੜੀ ਰੋਲ ਆਊਟ ਕਰ ਲਈ, can she change it back? ਦੇਖੋ ਰੋਲ ਆਊਟ ਰੋਟੀ ਹੈ, ਤੁਸੀਂ ਆਟਾ ਗੁੰਨ ਲਿਆ, ਆਟੇ ਦਾ ਪੇੜਾ ਲੈ ਲਿਆ, ਪੇੜਾ ਤੁਹਾਡਾ ਐ ਸੋਲਿਡ ਟਾਈਪ ਹੁੰਦਾ, ਉਹਦੀ ਤੁਸੀਂ ਰੋਟੀ ਬਣਾ ਲਈ ਹੈ ਨਾ। ਹੁਣ ਤੁਸੀਂ ਮੰਨ ਲਓ ਮੇਰੇ ਤੁਹਾਡੇ ਵਰਗਾ ਬਣਾਉਣ ਲੱਗੇ, ਤੁਸੀਂ ਹੋ ਸਕਦਾ ਐਕਸਪਰਟ ਹੋ, ਮੈਂ ਨਹੀਂ ਹੈਗਾ, ਤੇ ਤੁਹਾਡਾ ਟੇਢਾ ਮੇਢਾ ਬਣ ਜਾਵੇ ਤੁਹਾਡੇ ਕੋਲ, ਤਾਂ ਫਿਰ ਆਪਾਂ ਕੀ ਕਰਦੇ ਹਾਂ, ਫਿਰ ਆਪਾਂ ਉਹਨੂੰ ਗੋਲ ਕਰਕੇ ਫਿਰ ਪੇੜਾ ਬਣਾ ਲੈਂਦੇ ਹਾਂ। ਮਾਨੇ ਪੇੜਾ ਤੋਂ, ਪੇੜੇ ਤੋਂ ਹਜੇ ਰੋਟੀ ਪੱਕੀ ਨਹੀਂ ਜੀ, ਖਿਆਲ ਰੱਖਣਾ, ਤੁਹਾਡੇ ਕੋਲ ਪੇੜਾ ਹੈ, ਪੇੜੇ ਤੋਂ ਰੋਟੀ ਵੇਲੀ ਹੈ, ਰੋਟੀ ਵੇਲੀ ਹੋਈ ਤਾਂ ਪੇੜਾ ਆਰਾਮ ਨਾਲ ਬਣ ਸਕਦਾ ਹੈ, ਤਾਂ ਇਹਦਾ ਆਨਸਰ ਤੁਸੀਂ ਯੈਸ ਕਰ ਦੇਣਾ ਹੈਗਾ ਤੁਹਾਡੇ ਕੋਲ। ਠੀਕ ਹੈ ਜੀ। ਉਹ ਤੋਂ ਬਾਅਦ ਰਾਹੁਲ ਫੋਲਡਡ ਏ ਸ਼ੀਟ ਆਫ ਪੇਪਰ, ਉਹਨੇ ਐਰੋਪਲੇਨ ਬਣਾ ਲਿਆ। ਛੋਟੇ ਬੱਚੇ ਐਰੋਪਲੇਨ ਵੀ ਬਣਾਉਂਦੇ ਨੇ, ਬੋਟ ਵੀ ਬਣਾਉਂਦੇ ਨੇ। ਉਹ ਤੋਂ ਬਾਅਦ ਉਹਨੇ ਅਨਫੋਲਡ ਕੀਤਾ,
ठीक है अगेन, ठीक है व्हाट काइंड ऑफ चेंज, दोबारा आप वापस तो आ रहे हैं तुहाडे कोल, ठीक है एरोप्लेन बनाया फोल्ड करके मुड़ कागज ते आ गया, तो इदां दी चेंज जिहड़ी हुंदी रिवर्सीबल हुंदी, रिवर्सीबल मैंने इनू उल्टाया जा सकता हैगा। सो मेरा ख्याल है जी ये क्वेश्चन तुहानू सारे समझ आ गए, बहुत सौखी शीट है जी तुहाडे कोल। सो जे इंग्लिश मीडियम लिया है तो कोई दिक्कत वाली गल नहीं गी तुहाडे कोल, और मैं A to Z शीट सॉल्व करूँगा, ठीक है जी। ਤੇ ਅੱਜ ਜਿਹੜੀਆਂ ਹੈਗੀਆਂ ਨੇ ਮੈਂ 3 ਸ਼ੀਟਾਂ ਅਪਲੋਡ ਕਰੂੰਗਾ ਤੁਹਾਡੇ ਕੋਲ, ਠੀਕ ਹੈ ਜੀ। ਇਹ ਸ਼ੀਟ ਹੋ ਜਾਏਗੀ ਤੁਹਾਡੇ ਕੋਲ, 2 ਸ਼ੀਟਾਂ ਮੈਂ ਹੋਰ ਅਪਲੋਡ ਕਰ ਦਿੰਦਾ ਵਾਂ ਤਾਂ ਜੋ ਅੱਜ ਵਾਲਾ ਕੰਮ ਤੁਹਾਡਾ ਪੇਪਰ ਵਾਲਾ ਕੱਲ ਸਰ ਜਾਵੇ। ਰੋਸ਼ਨੀ ਹੈਜ਼ ਬੋਟ ਨਿਊ ਬੋਟਲ ਆਫ ਪਿਕਲ ਫਰੋਮ ਦਾ ਮਾਰਕੀਟ ਚੋਂ ਲਿਆਂਦੀ ਉਹਨੇ, ਪਿਕਲ ਮੈਨੇ ਅਚਾਰ ਹੁੰਦਾ ਜੀ, from market she tried to open the metal cap, ਉਹਨੇ metal cap ਨੂੰ open ਕਰਨ ਦੀ ਕੋਸ਼ਿਸ਼ ਕੀਤੀ but could not do, ਪਰ ਤੋਂ ਹੋਈ ਨਹੀਂ। she took the bowl of hot water, ਉਹਨੇ hot water 'ਚ ਡਬੋਤੀ, ਸੋ ਢੱਕਣ hot water 'ਤੇ ਡਬੋਤਾ, ਹੁਣ ਉਹ ਖੁੱਲ ਗਈ। ਤਾਂ ਉਹਦਾ ਕਾਰਨ ਕੀ ਹੋਇਆ, ਕਿਉਂਕਿ ਜਿਹੜੀਆਂ ਧਾਤਾਂ ਹੁੰਦੀਆਂ ਨਾ ਉਹ ਐਕਸਪੈਂਡ ਕਰਦੀਆਂ ਨੇ, ਉਹ ਪਸਾਰ ਹੁੰਦਾ ਉਹਨਾਂ ਦਾ, ਪਸਾਰ ਮੈਨੇ ਫੈਲਦੀਆਂ ਨੇ, ਤਾਂ ਜਦੋਂ ਫੈਲ ਗਈਆਂ ਤਾਂ ਫਿਰ ਉਹਨੇ ਖੁੱਲਣਾ ਹੀ ਹੈ, ਢਿੱਲਾ ਹੋ ਗਿਆ। ਸੋ ਡਿਊ ਟੂ ਐਕਸਪੈਂਸ਼ਨ ਹੋ ਗਿਆ ਜੀ, ਕੰਟਰੈਕਸ਼ਨ ਮੈਨੇ ਸੁੰਗੜਨਾ ਹੁੰਦਾ, एक्सपेंशन, गर्म करोगे तो एक्सपेंशन होएगी, ठंडा करोगे तो कंट्रैक्शन होएगी। सो ड्यू टू एक्सपेंशन हो गया जी। क्वेश्चन नंबर 8 ते आ गए। पोटर वर्किंग ऑन व्हील शेप्ड ए लंप ऑफ क्ले, ठीक है पोटर की हुंदा घुमियार, कहंदा उन्हें लंप ऑफ क्ले बनाती ते क्ले दा जिहड़ा कुछ बना दिता ही, दैन बेक्ड अप पोट, उन्हें पोट नूं ਜਿਹੜਾ ਹੈਗਾ मतलब ਤੁਹਾਡੇ ਕੋਲ ਬਣਾ ਵੀ ਲਿਆ ਪॉट, ਫਿਰ ਬੇਕ ਵੀ ਕਰ ਲਿਆ, ਹੁਣ ਬੇਕ ਹੋ ਕੇ ਬਣ ਗਿਆ ਤਾਂ ਉਹਨੂੰ ਕਿਆ ਉਲਟਾਇਆ ਜਾ ਸਕਦਾ, ਨਹੀਂ ਉਲਟਾਇਆ ਜਾ ਸਕਦਾ ਤੁਹਾਡੇ ਕੋਲ ਜਿਹੜਾ ਹੈਗਾ ਹੈ। तो क्योंकि देखो पक गई मिट्टी, हुण पक्की हुई मिट्टी नूं दोबारा नहीं तुसी जिहड़ा हैगा तुसी कहोगे कच्ची मिट्टी कर सकते, मिट्टी एक बार पक गई, जे ना पक्की हुंदी तुहाडे पास सीधी शेप बनी हुंदी फिर उल्टा लेंदे। सो इरिवर्सिबल परिवर्तन होएगा जी, ना उल्टाउण योग होएगा। सो अगे क्वेश्चन है, गोल्ड स्मिथ हीट ए पीस ऑफ गोल्ड टिल इट मेल्ट दैन बीट इनटू डिजायर्ड शेप, व्हाट काइंड ऑफ, देखो गोल्ड स्मिथ रोज हुंदा है, इन्हां को सोने दे छोटे छोटे बिस्कुट हुंदे ने, सोने दियां तुहाडे कोल इट्टां हुंदियां, ठीक है छोटिया छोटिया ब्रिक्स, उन्होंने ये अपनी मर्जी ना मैल्ट करते हैं, जिदा का डिज़ाइन लोग कहते उदा का बना देंगे। कुछ लोग पुराने गहने बेच जाते और फिर मैल्ट कर लेंगे, इसका मतलब जोड़ा है कि जोड़ा है काइंड ऑफ चेंज टेक्स प्लेस गोल्ड ऑन हीटिंग। सो गोल्ड में जब तुम हीट करते हो तो रिवर्सीबल होंगी है, उन्होंने दोबारा उल्टाया जा सकता, जे ना उल्टाया जा सके तो एक बार जो गहना बन गया मुड़ के तो बदल ही ना पान पर हो जाता है। टेक ए ग्लास ऑफ वाटर डिजोल्व ए टी 2 teaspoons of sugar, a solution is formed, can change into water, कहता क्या दोबारा सोल्यूशन वाटर चेंज किया जा सकता है, ठीक है जी। हाँ इनू चेंज किया जा सकता है, आप पहला तो इवेपोरेशन नाल कंडेंसेशन करांगे तो पास, मतलब आप उहदे क्रिस्टल दोबारा बनाने की कोशिश करांगे तो पास शुगर दे, तो आप इनू हीट करांगे तो उत्ते ढक लांगे तुहाडे को, फिर जो आप हीट करांगे दी इवेपोरेशन होएगी, नाल नाल आपां नूं ढक के कंडेंसेशन करनी पऊगी, तो वो जिहड़ा हैगा पानी अलग इकट्ठा हो जाऊगा तो शुगर क्रिस्टल अलग, ये हो सकता है, पर यह जरूरी नहीं कि उन्ने ही बनन जिन्नी घोली है। सो यस तुसीं कह सकते हो। रिटू मेड चपातीज फ्रॉम द जिहड़ा हैगा तुहाडे कोल चपातीज फ्रॉम द व्हीट फ्लोर, कैन अगेन कन्वर्ट चपातीज टू व्हीट फ्लोर, ठीक है। नहीं भी देखो जे रोटी पूरी बन गई, जे तो कल्ली वेली होवे, पहला क्वेश्चन सी कल्ला वेलिया होया सीगा, बाल डो, शी रोल्स आउट, रोटी रोल्स आउट है, ये तो चपाती बन गई, रोटी रोल्स आउट सी ते चपाती बन चुकी है। जे चपाती बन गई रोटी तो आटा तो नहीं बना सकते, कन्वर्ट इनटू व्हीट फ्लोर ना, ठीक है फिर तो जोड़ा है गलत हो जाएगा। सो नॉन रिवर्सीबल चेंज है जी, इनू उल्टाया नहीं जा सकता तुहाडे को, सो इहदा आपां ने ख्याल रखना है तुहाडे कोल। सो ये भी नॉन रिवर्सीबल होगी जी। उस तो बाद जोड़ा है आपां अगे आ गए जी तुहाडे कोल, ठीक है कहते सीमा वाश्ड क्लोथ, सीमा ने कपड़े धोते एंड हैंगड वैट क्लोथ ऑन द स्ट्रिंग, ते तार दे उत्ते टंग दिते तो की होएगा, डेफिनेटली इन्होंने सुक जाना है, वाटर इन्हों ड्राई हो जाना, तो वाटर ड्राई हो जाऊगा, वाटर विल ड्राई, पानी सुक जाऊगा, रिवर्सीबल है यस, जब मर्जी गिले करो जब मर्जी सुखा लो, रोज़ आप आही काम करते हैं, ठीक हो गया जी, हो गया। सो क्वेश्चन, होली फेस्टिवल गुलाल इज मेड फ्रॉम रोज, गुलाल तो रोज तो बन गया, कैन गुलाल कन्वर्टेड इनटू रोज अगेन, रोज नूं चो किवें कन्वर्ट कर लोगे बई, गुलाल पाउडर हुंदा हैगा, पाउडर रोज नूं पीस पूस के सुका के उहदा पाउडर बना लिया, आप पाउडर तो दोबारा गुलाब थोड़ी बना लोगे। सो नो करोगे, नाल करोगे, इरिवर्सीबल, बदलिया नहीं जा सकता तुहाडे कोल। सोनू मेड ए पेपर बोट, ठीक है फॉर हिज ब्रदर, कैन रिवर्स, यस पेपर बोट नूं खोल लो, पेपर नूं मुड़ के बन जाएगी तुहाडे पास जिहड़ा हैगा, तो यस बदली जा सकती है तुहाडे कोल। सो जिहड़ा हैगा तो ये रिवर्सीबल चेंज हो सकती है, पेपर फोल्ड किया बाद पेपर खोल लो तुसीं।
Suppose it is raining and rain is falling from the clouds, can water converted to clouds again? क्या पानी ਦੇ ਬੱਦਲ ਬਣ ਸਕਦੇ ਆ? ਹਾਂਜੀ ਪੂਰਾ ਬਣ ਸਕਦੇ ਆ ਜੀ। ਉਹਦਾ ਕਾਰਨ ਜਿਹੜਾ ਪਾਣੀ ਗਿਰਦਾ ਹੈ ਜ਼ਮੀਨ ਦੇ ਉੱਤੇ, ਕੁਝ ਪਾਣੀ ਨਾਲੀਆਂ 'ਚ ਰੁੜ ਜਾਂਦਾ, ਕੁਝ ਪਾਣੀ ਦੀ ਇਵੈਪੋਰੇਸ਼ਨ ਹੋ ਜਾਂਦੀ ਹੈਗੀ ਹੈ। ਇਵਾਪੋਰੇਸ਼ਨ ਦਾ ਮਤਲਬ ਹੁੰਦਾ ਵਾਸ਼ਪੀਕਰਨ, ਵਾਸ਼ਪੀਕਰਨ, ठीक है। वाष्पीकरण का मतलब पानी का उड्डना है। सो नदियां नालियां झीलों चो पानी उड्डदा है, उत्थे जाके फिर उहदे बदल बन जाते, फिर दोबारा मीह आ जाता है। इनू असीं वाटर साइकिल कहने हैं तुहाडे पास। सो वाटर साइकिल चलदा ही पृथ्वी ते इवें है तुहाडे पास। तो ਇਹਦਾ मतलब इनू यस भी कहोगे तुहाडे पास, तो ये रिवर्सीबल चेंज भी कहोगे तुहाडे कोल, ठीक है जी। उस तो बाद अगला क्वेश्चन है चिल्ड्रन लाइटेड कैंडल्स इन दिवाली, वाई डज साइज ऑफ कैंडल डिक्रीजेज, ठीक है, आफ्टर सम टाइम नेम द चेंज, ठीक है जी। तो देखो तुसी दोनों चीज़ इत्थे थोड़ा जिहा ना इहदा रौला हुंदा, तुसी थोड़ा जिहा ख्याल रखना। मतलब अगर आपां देखिए थोड़ी कैंडल इदां दी हुंदी है, आ उहदे ते विक हुंदी है बत्ती, जे तां आ बत्ती बर्न करे तां ते जल के सवाह हो जानी है इहने तुहाडे पास, ठीक है जी। ਤਾਂ ਇਹ ਵਾਲੀ ਬੱਤੀ ਬਰਨ ਕਰੂਗੀ ਤਾਂ ਇਹ ਤੁਹਾਡੇ ਪਾਸ ਜਲ ਕੇ ਸਵਾਹ ਹੋ ਜੂਗੀ, ਤਾਂ ਇਹਨੂੰ ਆਪਾਂ ਦੁਬਾਰਾ ਨਹੀਂ ਕੀਤਾ ਜਾ ਸਕਦਾ। ਸੋ ਇਹ ਇਰਰਿਵਰਸੀਬਲ ਹੋਏਗੀ ਤੁਹਾਡੇ ਕੋਲ, ਇਰਰਿਵਰਸੀਬਲ, ਠੀਕ ਹੈ। ਸਪੈਲਿੰਗ ਲਿਖੇ ਹੋਏ ਨੇ ਇਰਰਿਵਰਸੀਬਲ ਦੇ। ਪਰ ਜੇ ਇਹਦੀ ਆ ਮੈਲਟ ਕਰੇਗੀ ਤੁਹਾਡੇ ਕੋਲ ਵੈਕਸ, ਜੇ ਤੁਹਾਡੇ ਪਾਸ ਵੈਕਸ ਮੈਲਟ ਕਰੇਗੀ, अब वैक्स मेल्ट करेगी तो इन्हें नीचे इकट्ठी हो जाना वैक्स ने ਤੁਹਾਡੇ पास, तो फिर जी ये बर्न करेगी बत्ती तो इरिवर्सिबल होएगा एंड कैमिकल चेंज होएगा, कैमिकल चेंज। तो जे थोड़ी वैक्स करेगी ਤੁਹਾਡੇ पास बर्न तो ये रिवर्सिबल होएगी, रिवर्सिबल मैंने उल्टाउण योग भी होएगी, तो ਤੁਹਾਡੇ कोल ਜਿਹੜੀ ਹੈਗੀ है ये होएगी भी फिजिकल, फिजिकल मैंने वैक्स वैक्स ही रहेगी। तो ऑप्शन वैक्स मेल्ट एंड रिवर्सिबल चेंज आ वाली ऑप्शन भी ट्रू हो सकती है। कैंडल बर्नस एंड इरिवर्सिबल चेंज आ ऑप्शन भी ट्रू हो सकती है। उन्हें दसिया तो है नहीं हुण भी बत्ती बर्न करनी है, जे बत्ती बर्न करनी तो विक कहना सी, तो विक कहना सीगा तुहाडे पास आ वाली, तो आंसर आ होना सी। जे कि वैक्स बर्न करदा तो मैं पहले दी ऑप्शन लगा देना वा। जे तुहाडे टीचर ने तुहानूं क्लास विच डी भी किया तुसी दैन डी भी मान लोगे, मतलब ये क्वेश्चन च मैटर ऑफ ओपीनियन हैगा, तो मैं पहले दी ऑप्शन ला रहा वहाँ तुहाडे पास। तो मतलब तुसी ये ना सोचियो भी मैं गलत कराया, तुसी ये भी ना सोचियो कि तुहाडे क्लास टीचर ने गलत कराया है। सो मतलब इत्थे डिफरेंस ऑफ ओपीनियन हो सकता है, क्योंकि सोचण वाला क्वेश्चन है। तो उन्हें ये नहीं दसिया, उन्हें तो सिर्फ ये किया है, उन्होंने लाइट की कैंडल, साइज ऑफ कैंडल डिक्रीज, साइज का वैक्स मेल्ट कर गया, रिवर्सिबल चेंज होगी तो भी साइज डिक्रीज करता है, तो जे कैंडल बर्न करती है तो भी साइज डिक्रीज करूँगा तुहाडे पास। सो दोनों ऑप्शन हो सकती हैं, बट आप पहले ले जावांगे, ठीक है जी। हुण कहंदा डैश इज प्लकड फ्रॉम कॉटन प्लांट, कॉटन प्लांट तो कॉटन प्लक होगी। थ्रैड इज मेड फ्रॉम कॉटन, धागा बन गया। इट इज़ एन यूज टू मेक डैश, ठीक है। तो यदा जिहड़ा ड्रैस होगी तुहाडे पास द टेलर स्टिचिज द, ठीक है। तो टेलर जिहड़ा हैगा तुहाडा ड्रैस स्टिच करता, तो देखो होएगा कि डैश इज पिकड फ्रॉम कॉटन प्लांट, तो यदा मतलब पहले नंबर ते तो तुसीं कॉटन ही करोगे ना। सो कॉटन तुसीं पिक करोगे, कपाह तुसीं पिक करोगे, थ्रैड ओहदी बन गई, ठीक है। इट इज़ दैन यूज टू मेक फैब्रिक होएगा, कपड़ा बनेगा ना। थ्रैड मैंने तो धागा होंदा है, धागा बन गया या रेशा बन गया, रेशे का फिर कपड़ा भी तो बनना है, तो पहला कॉटन होगी फिर फैब्रिक होगा। जो फैब्रिक हो गया टेलर ने स्टिच करके ड्रैस बनाती, तो उरे ड्रैस आ जाएगा, ठीक है। दैन उस तो बाद ये इरिवर्सिबल होएगा, ड्रैस तो धागा कॉटन थोड़ी बन जूगी। ਇਹਦਾ मतलब आ वाली ऑप्शन साडी ट्रू होएगी ਤੁਹਾਡੇ ਕੋਲ, ठीक है जी। ਅੱਗੇ विच टाइप ऑफ चेंज इज इनवॉल्वड वैन ए चिल्ड्रन राइट्स ऑन पेपर। ਹੁਣ देखो एक बच्चे ने ਇਹਦੇ ਵਿੱਚ भी मैटर ऑफ ओपीनियन है, मैटर ऑफ ओपीनियन है मैंने ਤੁਹਾਡਾ टीचर ਇਹਦਾ आंसर भी डिफरेंट दे सकता, ਤੇ ਸਾਰੇ टीचर ही ਆਪਣੇ ਵੱਲੋਂ सही आंसर ਦਿੰਦੇ ਹੁੰਦੇ ਆ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਗੀ। ਬਸ ਜਿਹਨੂੰ ਆਪਾਂ ਕਹਿੰਦੇ मैटर ऑफ ओपीनियन, ਬਈ हो सकता मेरा सोचना ਤੁਹਾਡੇ सोचने तो डिफरेंट होवे। ਹੁਣ ਕਹਿੰਦਾ टाइप ऑफ चेंज वैन चाइल्ड राइट ऑन ए पेपर। देखो चाइल्ड राइट ऑन ए पेपर, ਬੱਚਾ ਕਾਪੀ ਤੇ ਲਿਖਦਾ ਹੈ। ਹੁਣ ਬੱਚਾ ਮੰਨ ਲਓ ਨਰਸਰੀ ਦਾ ਹੈਗਾ ਏ, ਜੇ ਨਰਸਰੀ ਦਾ ਹੈ, ਜੇ ਤਾਂ ਦੇਖੋ ਤੁਸੀਂ ਪੈਨਸਿਲ ਨਾਲ ਲਿਖਿਆ, ਪੈਨਸਿਲ ਨਾਲ ਲਿਖਿਆ ਤਾਂ ਰਿਵਰਸੀਬਲ मैंने उन्हें चेंज हो जाना। ਪੈਨਸਿਲ ਆਪਾਂ ਮਟਾਈ, ਬੱਚਾ ਨਰਸਰੀ ਦਾ ਸੀ ਮਟਾਈ ਤਾਂ चेंज हो गया, रिवर्सिबल मुड़ गया पिछे ਨੂੰ ਤੁਹਾਡੇ पास, ठीक है जी। तो ਇਹਦਾ मतलब आ ऑप्शन ठीक होगी।
ਹੁਣ ਜੇ ਆਨਸਰ ਆ ਗਿਆ ਤੁਹਾਡੇ ਪਾਸ ਜਿਹੜਾ ਹੈਗਾ ਹੈ, ਜੇ ਤੁਸੀਂ ਪੈਨ ਨਾਲ ਲਿਖੋ, ਖਾਸ ਕਰਕੇ ਜੇ ਤੁਸੀਂ ਬਾਲ ਪੈਨ ਨਾਲ ਲਿਖਿਆ, ਬਾਲ ਪੈਨ ਨਾਲ ਲਿਖਿਆ ਤਾਂ ਉਹਨੂੰ ਉਲਟਾਇਆ ਨਹੀਂ ਜਾ ਸਕਦਾ, ਤਾਂ ਉਹ ਹੋ ਗਿਆ ਤੁਹਾਡੇ ਕੋਲ ਨॉन ਰਿਵਰਸੀਬਲ। ਠੀਕ ਹੈ, ਇਹਦਾ ਮਤਲਬ ਕੋਈ ਬੰਦਾ ਰਿਵਰਸੀਬਲ ਕਹੂਗਾ ਤਾਂ ਉਹ ਵੀ ਠੀਕ ਹੈ, ਕੋਈ ਬੰਦਾ ਨॉन ਰਿਵਰਸੀਬਲ ਕਹੂਗਾ ਤਾਂ ਉਹ ਵੀ ਠੀਕ ਹੈ। ਇਹਦਾ ਮਤਲਬ ਮੇਰੇ ਹਿਸਾਬ ਨਾਲ ਬਹੁਤ ਵਾਲੀ ਆਪਸ਼ਨ ਹੋਣੀ ਚਾਹੀਦੀ ਹੈ। ਠੀਕ ਹੈ, ਜੇ ਇਹ ਸਪੈਸੀਫਾਈ ਕਰ ਦਿੰਦਾ ਪੈਨਸਲ ਨਾਲ ਹੈ ਕਿ ਪੈਨ ਨਾਲ ਹੈ, ਦੈਨ ਫਿਰ ਕੋਈ ਦਿੱਕਤ ਤਾਂ ਰਹਿਣੀ ਨਹੀਂ ਸੀਗੀ ਤੁਹਾਡੇ ਕੋਲ। ਸੋ ਜੇ ਕਿ ਕੋਈ ਕਿਸੇ ਬੰਦੇ ਨੂੰ ਇਹ ਆਪਸ਼ਨ ਟਿਕ ਕਰਾਈ ਜਾਂਦੀ ਹੈ, ਦੈਨ ਉਹ ਵੀ ਠੀਕ ਹੈ, ਬੀ ਵੀ ਠੀਕ ਹੈ। ਮੇਰੇ ਹਿਸਾਬ ਨਾਲ ਸੀ ਦੋਨੋਂ ਹੀ ਹੋਣਗੀਆਂ, ਕਾਰਨ ਮੈਂ ਤੁਹਾਨੂੰ ਦੱਸਤਾ ਕਿਉਂਕਿ ਸਾਇੰਸ ਥੋੜੀ ਸਮਝਣਾ ਹੁੰਦੀ ਹੈ। ਇਸੇ ਤਰ੍ਹਾਂ ਮੋਮਬੱਤੀ ਵਾਲਾ ਕੁਐਸਚਨ ਸੀਗਾ, ਜੇ ਕੋਈ ਬੰਦਾ ਕਵੇ ਨਹੀਂ ਮੈਂ ਤਾਂ ਆ ਵੀ ਲਾਉਂਗਾ, ਦੈਨ ਇਹ ਠੀਕ ਹੋਣਾ ਚਾਹੀਦਾ ਹੈਗਾ। ਸੋ ਜਦੋਂ ਤੁਹਾਨੂੰ ਕਲਾਸ ਵਿੱਚ ਕਰਾਈ ਜਾਏਗੀ, ਆਪਣੇ ਟੀਚਰ ਨਾਲ ਕੰਸਲਟ ਜ਼ਰੂਰ ਕਰਨਾ ਕਿ ਸਰ ਆਈ ਐਮ ਹੈਵਿੰਗ ਡਾਊਟ ਅਬਾਊਟ ਦਿਸ ਕੁਐਸਚਨ, ਕਿ ਮੈਨੂੰ ਇਸ ਕੁਐਸਚਨ 'ਚ ਡਾਊਟ ਹੈਗਾ ਤੁਹਾਡੇ ਪਾਸ, ਪਲੀਜ਼ ਕਲੀਅਰ ਮਾਈ ਡਾਊਟ। तो वो डेफिनेटली ਤੁਹਾਡੇ ਪਾਸ ही और शी विल क्लीयर योर डाउट, तो श्योरली ਤੁਹਾਡਾ डाउट क्लीयर हो जाएगा। ਤੇ ਹੁਣ ਆਪਾਂ ਚੱਲੀਏ ਅੱਗੇ। ਠੀਕ ਹੈ, ਸੋ ਜਿਹੜਾ ਹੈਗਾ 19 ਨੰਬਰ ਕੁਐਸਚਨ ਕਹਿੰਦਾ ਅਗਰ ਤੁਸੀਂ ਸੋਏ ਸੀਡ ਦਾ ਮਤਲਬ ਹੈ ਤੁਸੀਂ ਇੱਕ ਬੀਜ ਲਾਤਾ ਤੇ ਉਹ ਪਲਾਂਟ ਬਣ ਗਿਆ। ਸੀਡ मैंने बीज लाया ਤਾਂ ਪਲਾਂਟ ਹੋ ਗਿਆ, क्या ਇਹ ਦੁਬਾਰਾ ਸੀਡ ਵਿੱਚ ਕਨਵਰਟ ਹੋ ਸਕਦਾ ਹੈ? ਧਿਆਨ ਨਾਲ ਸਮਝਿਓ, ਸੀਡ ਲਾਇਆ, ਬੀਜ ਤੋਂ ਮੁੜ ਕੇ ਪਲਾਂਟ ਤਾਂ ਨਹੀਂ ਹੋ ਸਕਦਾ ਤੁਹਾਡੇ ਕੋਲ, ਇਹ ਤਾਂ ਪੱਕੀ ਗੱਲ ਹੈ ਤੁਹਾਡੇ ਕੋਲ। ਪਲਾਂਟ ਵਿਲ ਨਾਟ ਚੇਂਜ ਇਨਟੂ ਸੀਡ, ਇਰਰਿਵਰਸੀਬਲ ਹੈ। ਪਲਾਂਟ ਉੱਤੇ ਨਵੇਂ ਸੀਡ ਜ਼ਰੂਰ ਲੱਗ ਸਕਦੇ ਆ, ਪਲਾਂਟ ਉੱਤੇ ਨਵੇਂ ਸੀਡ ਜ਼ਰੂਰ ਲੱਗ ਸਕਦੇ ਆ ਤੁਹਾਡੇ ਕੋਲ। ਠੀਕ ਹੈ ਜੀ, ਤੋਂ ਜਿਹੜਾ ਹੈਗਾ ਤੁਹਾਡੇ ਕੋਲ ਇਸ ਚੀਜ਼ ਦਾ ਆਪਾਂ ਨੇ ਖਿਆਲ ਰੱਖਣਾ ਹੈਗਾ ਤੁਹਾਡੇ ਕੋਲ। ਠੀਕ ਹੈ, ਪਲਾਂਟ ਵਿਲ ਨਾਟ ਚੇਂਜ ਇਨਟੂ ਸੀਡ, ਤਾਂ ਜਿਹੜਾ ਹੈਗਾ ਪਲਾਂਟ ਸੀਡ 'ਚ ਨਹੀਂ ਚੇਂਜ ਹੋ ਸਕਦਾ, ਇਰਰਿਵਰਸੀਬਲ ਹੈ, ਨਾ ਉਲਟਾਉਣਯੋਗ ਹੈ। ਠੀਕ ਹੈ, ਸੋ ਅੱਗੇ ਚੱਲੀਏ ਜੀ। ਤੁਹਾਡੇ ਕੋਲ ਪੰਜਾਬੀ ਮੀਡੀਅਮ 'ਚ ਮੈਂ 2 ਪਾਰਟਸ ਵਿੱਚ ਇਹਨੂੰ ਕੀਤਾ ਸੀਗਾ, ਤੇ ਤੁਹਾਡਾ ਮੈਂ ਸਿੰਗਲ ਪਾਰਟ 'ਚ ਕਰ ਰਿਹਾ ਵਾਂ, ਹੌਸਲੇ ਨਾਲ ਕਰੀ ਜਾਇਓ, ਕੋਈ ਦਿੱਕਤ ਵਾਲੀ ਗੱਲ ਹੈ ਨਹੀਂ। ਰਾਹੁਲ ਬੋਇਲਡ ਐਨ ਐਗ, ਆਫਟਰ ਬੋਇਲਿੰਗ ਐਗ ਇਟ ਬਿਕਮ ਹਾਰਡ। ਠੀਕ ਹੈ, ਉਬਲੇ ਅੰਡਾ ਤੁਸੀਂ ਕਈਆਂ ਨੇ ਖਾਧਾ ਹੋਊਗਾ। ਠੀਕ ਹੈ ਜੀ, ਤਾਂ ਇਹਦਾ ਮਤਲਬ ਕਿਆ ਉਹਨੂੰ ਰਿਵਰਸ ਕਰ ਸਕਦਾ ਰਾਹੁਲ, ਉਲਟਾ ਸਕਦਾ? ਸੋ ਅੰਡੇ ਉਬਲੇ ਨੂੰ ਦੂਜੇ ਅੰਡੇ 'ਚ ਕੋਈ ਨਹੀਂ ਬਦਲ ਸਕਦਾ, ਤੁਸੀਂ ਨੋ ਕਹਿ ਦੇਣਾ, ਨਾਲ ਇਰਰਿਵਰਸੀਬਲ ਕਹਿ ਦੇਣਾ। ਠੀਕ ਹੈ ਜੀ, ਸੋ ਅੱਗੇ ਆ ਗਿਆ ਜੀ, ਮਹਿਕ ਟੁੱਕ ਕੇ ਬੈਲੂਨ ਐਂਡ ਬਲੋ ਇਟ ਕੇਅਰਫੁਲੀ, ਸ਼ੇਪ ਤੇ ਸਾਈਜ਼ ਬਲੂਨ ਦਾ ਚੇਂਜ, ਅਗਰ ਸ਼ੇਪ ਔਰ ਸਾਈਜ਼ ਚੇਂਜ ਹੋਵੇ ਪਰ ਕੋਈ ਨਵੀਂ ਚੀਜ਼ ਨਾ ਬਣੇ ਤਾਂ ਇਹਨੂੰ ਫਿਜ਼ੀਕਲ ਚੇਂਜ ਆਪਾਂ ਕਹਿੰਦੇ ਆ, ਤੇ ਉਲਟਾਈਏ ਜਾ ਸਕਦੀ ਹੈ ਕਿਉਂਕਿ ਹਵਾ ਕੱਢ ਦੋ ਤਾਂ ਨਿਕਲ ਜੂ। ਸੋ ਰਿਵਰਸੀਬਲ ਚੇਂਜ ਹੈ ਜੀ, ਫਿਜ਼ੀਕਲ ਨੇਚਰ ਹੁੰਦੀ ਹੈ ਇਹਦੀ। ਤਾਂ ਫਿਜ਼ੀਕਲ ਕਿਹਾ ਨਹੀਂ, ਕੋਈ ਗੱਲ ਨਹੀਂ, ਸਟਾਰਟਿੰਗ ਵਿੱਚ ਮੈਂ ਫਿਜ਼ੀਕਲ ਵੀ ਟਿਕ ਕੀਤਾ ਸੀਗਾ ਪਹਿਲੇ ਕੁਐਸਚਨ ਦੇ ਵਿੱਚ, ਸੋ ਫਿਜ਼ੀਕਲ ਵੀ ਟਿਕ ਕੀਤਾ ਸੀ ਬਲੂਨ ਵਾਲੇ ਕੁਐਸਚਨ। ਸੋ ਆ ਵੀ ਬਲੂਨ ਵਾਲਾ ਕੁਐਸਚਨ ਹੀ ਹੈ। ਸੋ ਮੇਰਾ ਖਿਆਲ ਹੈ ਜੀ ਜੇ 21 ਨੰਬਰ ਤੱਕ ਪਹੁੰਚ ਗਏ ਤੁਸੀਂ ਤਾਂ ਇੱਕ ਲਾਈਕ ਤਾਂ ਬਣਦਾ ਹੈਗਾ ਤੁਹਾਡੇ ਪਾਸ, ਇੰਨੀ ਮਿਹਨਤ ਕਰ ਰਿਹਾ ਵਾਂ। ਜੇ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈਗਾ ਤਾਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਅੱਜ 6ਵੀਂ 'ਚੋਂ। ਠੀਕ ਹੈ, ਜਦ ਤੱਕ 7ਵੀਂ 'ਚ ਪਹੁੰਚੋਗੇ 7ਵੀਂ ਪੂਰੀ ਸੋਲਵ ਹੋ ਚੁੱਕੀ ਹੋਊਗੀ, 8ਵੀਂ ਪੂਰੀ ਸੋਲਵ ਹੋ ਚੁੱਕੀ, 9ਵੀਂ 10ਵੀਂ, ਮਤਲਬ ਤੁਹਾਡੇ ਕੋਲ BA ਤੱਕ ਦਾ ਸਾਰਾ ਸਿਲੇਬਸ ਇਸ ਚੈਨਲ ਦੇ ਉੱਤੇ ਹੈਗਾ ਹੈ। ਨਾਲ ਕੰਪੀਟੀਸ਼ਨਸ ਦੇ ਸਾਰੇ ਜਿਹੜੇ ਕੰਪੀਟੀਸ਼ਨਸ ਰੀਜ਼ਨਿੰਗ ਇੰਗਲਿਸ਼ ਹੁੰਦੀ ਹੈ ਉਹ ਵੀ ਨਾਲ ਨਾਲ ਸ਼ੁਰੂ ਕੀਤੀ ਹੋਈ ਹੈ। ਜਦੋਂ 8ਵੀਂ ਜਾ ਕੇ ਤੁਸੀਂ NMMS NTSC ਕੁਝ ਵੀ ਦੇਣਾ ਹੋਊਗਾ ਤਾਂ ਵੀ ਤੁਹਾਨੂੰ ਸਾਰਾ ਸੌਦਾ ਇਸ ਚੈਨਲ ਤੇ ਮਿਲੇਗਾ। ਠੀਕ ਹੈ ਜੀ, ਥੈਂਕ ਯੂ।